ਪ੍ਰਾਈਮ ਏਸ਼ੀਆ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ। ਪ੍ਰੋਗਰਾਮ ਦਾ ਨਾਮ ਹੈ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਤੇ ਮੈਂ ਹਾਂ ਨਵਜੀਤ। ਦੇਸ਼ ਦੁਨੀਆ ਦੀਆਂ ਬਹੁਤ ਸਾਰੀਆਂ ਅਹਿਮ ਖਬਰਾਂ ਹੁੰਦੀਆਂ ਨੇ ਜਿਨ੍ਹਾਂ ਦੇ ਉੱਪਰ ਅਸੀਂ ਵਿਸਤਾਰ ਚਰਚਾ ਕਰਦੇ ਹਾਂ। ਅੱਜ ਵੀ ਕੁਝ ਅਜਿਹੀਆਂ ਖਬਰਾਂ ਨੇ ਜਿਨ੍ਹਾਂ ਨੇ ਧਿਆਨ ਆਪਣੇ ਵੱਲ ਖਿੱਚਿਆ। ਵੱਖ-ਵੱਖ ਪਾਰਟੀਆਂ ਵੱਲੋਂ ਚੋਣ ਰੈਲੀਆਂ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਕਿਹਾ ਜਾ ਸਕਦਾ ਕਿਉਂਕਿ ਉਮੀਦਵਾਰਾਂ ਦਾ ਐਲਾਨ ਵੀ ਕੀਤਾ ਜਾ ਰਿਹਾ ਹੈ। ਕਰੋਨਾ ਵਾਇਰਸ ਦੀ ਵੈਕਸੀਨ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਗੱਲਾਂ ਹੁਣ ਸਾਹਮਣੇ ਆ ਰਹੀਆਂ ਨੇ। ਪਹਿਲਾਂ ਮਨੁੱਖੀ ਦਵਾਈਆਂ ਸੀ, ਹੁਣ ਜਾਨਵਰਾਂ ਲਈ ਵੀ ਦਵਾਈਆਂ ਬਣਨ ਲੱਗ ਪਈਆਂ। ਖਬਰਾਂ ਹੋਰ ਵੀ ਨੇ, ਇਹਨਾਂ ਸਾਰੀਆਂ ਤੇ ਚਰਚਾ ਕਰਦੇ ਹਾਂ। ਪਰ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਸੀਨੀਅਰ ਪੱਤਰਕਾਰ ਜਤਿੰਦਰ ਪੰਨੂ ਜੀ ਦਾ। ਪੰਨੂ ਸਾਹਿਬ ਬਹੁਤ-ਬਹੁਤ ਸਵਾਗਤ ਜੀ। ਜੀ ਸ਼ੁਕਰੀਆ। ਪੰਨੂ ਸਾਹਿਬ ਅੱਜ ਪ੍ਰੋਗਰਾਮ ਬੜੇ ਦਿਨਾਂ ਬਾਅਦ ਆਪਾਂ ਸਟੂਡੀਓ ਤੋਂ ਕਰਨ ਲੱਗੇ ਹਾਂ। ਪਹਿਲਾਂ ਸਿਹਤ ਸੁਣਾਓ, ਠੀਕ ਹੈ? ਕਿਉਂਕਿ ਬਹੁਤ ਸਾਰੇ ਪ੍ਰਾਈਮ ਏਸ਼ੀਆ ਟੀਵੀ ਦੇ ਪਰਿਵਾਰਕ ਮੈਂਬਰ, ਸਾਡੇ ਦਰਸ਼ਕ ਇਹ ਚੀਜ਼ ਜਾਣਨਾ ਚਾਹੁੰਦੇ ਨੇ। ਨਵਜੀਤ ਜੀ, ਗੱਲ ਇਹ ਹੈ ਕਿ ਮੈਂ 12 ਮਾਰਚ ਨੂੰ ਕਰੋਨਾ ਵੈਕਸੀਨ ਲਵਾਈ ਸੀ ਜੀ। ਮੈਨੂੰ ਕਿਸੇ ਕਿਸਮ ਦਾ ਕੋਈ ਰਿਐਕਸ਼ਨ ਨਹੀਂ ਸੀ। ਮਾੜਾ ਮੋਟਾ ਮੇਰੇ ਆਂਢ ਗੁਆਂਢ ਕੁਛ ਸੀ ਤੇ ਜਿਹਦਾ ਕਰਕੇ ਮੈਂ ਘਰ ਦੇ ਵਿੱਚ ਰਹਿਣਾ ਸ਼ੁਰੂ ਕਰਤਾ 15 ਤਰੀਕ ਤੋਂ ਜੀ। ਫਿਰ ਮੈਂ ਆਪਣਾ ਟੈਸਟ ਕਰਾਇਆ ਤੇ 20 ਤਰੀਕ ਨੂੰ ਮੇਰੀ ਰਿਪੋਰਟ ਆ ਗਈ ਕਿ ਕਰੋਨਾ ਪੋਜ਼ੀਟਿਵ ਹੈ। ਡਾਕਟਰਾਂ ਦੇ ਦੱਸੇ ਮੁਤਾਬਕ ਮੈਂ ਘਰ ਕੁਆਰੰਟਾਈਨ ਹੋਇਆ। ਪ੍ਰੋਗਰਾਮ ਮੈਂ ਉੱਥੋਂ ਕਰਦਾ ਰਿਹਾ, ਹਾਜ਼ਰੀ ਮੈਂ ਲਵਾਉਂਦਾ ਰਿਹਾ। ਬਿਲਕੁਲ। ਸਿਰਫ ਫੋਕਸ ਪ੍ਰੋਗਰਾਮ ਵਿੱਚ ਮੈਂ ਨਹੀਂ ਆਇਆ। ਜੀ। ਅੱਛਾ, ਉੱਥੋਂ ਇਹ ਸਾਰਾ ਕੁਝ ਕਰਕੇ ਜਦੋਂ ਕੱਲ੍ਹ ਮੈਂ ਜਾ ਕੇ ਦੂਸਰੀ ਵਾਰੀ ਟੈਸਟ ਕਰਵਾਇਆ ਤੇ ਉਹਦੀ ਰਿਪੋਰਟ ਨੈਗੇਟਿਵ ਆ ਗਈ। ਜੀ। ਅੱਜ ਮੈਂ ਤੁਹਾਡੇ ਕੋਲ ਇੱਥੇ ਹਾਜ਼ਰ ਹਾਂ। ਮੈਂ ਇੰਨਾ ਚਿਰ ਇਸ ਕਰਕੇ ਨਹੀਂ ਆਇਆ ਕਿਉਂਕਿ ਗੱਲ ਮੇਰੀ ਨਹੀਂ, ਮੈਨੂੰ ਤਾਂ ਅੱਗੇ ਮੇਰੀ ਮਾਂ ਨੂੰ ਅਸਥਮਾ ਸੀ, ਇਸ ਕਰਕੇ ਮੈਨੂੰ ਕਦੇ ਕਦੇ ਹਵਾ ਬਦਲਦੀ ਨਾਲ ਵੀ ਛਿੱਕਾਂ ਆ ਜਾਂਦੀਆਂ ਸੀ। ਜੀ। ਅਤੇ ਇਹਨਾਂ ਦਿਨਾਂ 'ਚ ਮੈਨੂੰ ਛਿੱਕ ਵੀ ਕੋਈ ਨਹੀਂ ਆਈ। ਪਰ ਮੈਂ ਆਪਣਾ ਨਹੀਂ, ਸਟੂਡੀਓ ਵਿੱਚ ਜਿੰਨੇ ਤੁਸੀਂ ਇੱਥੇ ਹੈਗੇ ਹੋ ਜੀ ਜੀ ਸਾਰਿਆਂ ਦਾ ਖਿਆਲ ਕਰਕੇ ਜਾਣ ਬੁੱਝ ਕੇ ਇੱਥੇ ਨਹੀਂ ਸਾਂ ਆ ਰਿਹਾ, ਆਪਣੇ ਘਰ ਤੋਂ ਕੈਮਰਿਆਂ ਤੋਂ ਸਾਰੇ ਪ੍ਰੋਗਰਾਮ ਕਰਦਾ ਰਿਹਾ। ਜੀ। ਮੇਰੇ ਵੱਲੋਂ ਤੁਹਾਨੂੰ ਵੀ, ਸਾਰੇ ਪੰਜਾਬੀਆਂ ਨੂੰ, ਦੁਨੀਆ ਭਰ ਜਿੱਥੇ ਫੈਲੇ ਨੇ ਭਾਰਤੀਆਂ ਨੂੰ, ਸਮੁੱਚੀ ਮਨੁੱਖਤਾ ਨੂੰ ਸ਼ੁਭ ਕਾਮਨਾਵਾਂ ਕਿ ਇਸ ਸੰਕਟ ਦੀ ਘੜੀ ਨਾਲ ਮਿਲ ਕੇ ਅਸੀਂ ਇਹ ਸਮਾਂ ਕੱਢੀਏ। ਬਿਲਕੁਲ। ਜਿਹਦੇ ਉੱਤੇ ਵੀ ਇੱਦਾਂ ਦੀ ਆਉਂਦੀ ਹੈ, ਇਹ ਨਾ ਸੋਚੋ ਕਿ ਮੈਨੂੰ ਪਤਾ ਨਹੀਂ ਬਾਕੀ ਕਹਿਣਗੇ। ਚੁੱਪ ਕਰਕੇ ਆਰਾਮ ਨਾਲ ਕੁਆਰੰਟਾਈਨ ਹੋ ਜਾਓ, ਜੋ ਡਾਕਟਰਾਂ ਦੀਆਂ ਹਦਾਇਤਾਂ ਉਹਦੇ ਮੁਤਾਬਕ ਚੱਲੋ। ਮੈਂ ਚੱਲਿਆ, ਮੇਰਾ ਕੋਈ ਨੁਕਸਾਨ ਨਹੀਂ ਹੋ ਗਿਆ। ਜੀ। ਪਰ ਜੇ ਹੋਣਾ ਹੁੰਦਾ ਤਾਂ ਮੇਰਾ ਨਹੀਂ, ਦੂਸਰਿਆਂ ਦਾ ਵੀ ਨਾਲ ਹੋ ਸਕਦਾ ਸੀ। ਮੈਂ ਉਸ ਤੋਂ ਬਚਾਉਣ ਦਾ ਯਤਨ ਕੀਤਾ। ਡਾਕਟਰਾਂ ਦੀਆਂ ਹਦਾਇਤਾਂ ਸਾਰਿਆਂ ਨੂੰ ਮੰਨਣੀਆਂ ਚਾਹੀਦੀਆਂ। ਪੰਨੂ ਸਾਹਿਬ, ਖਬਰਾਂ ਤੇ ਆਪਾਂ ਅਕਸਰ ਚਰਚਾ ਕਰਦੇ ਰਹਿੰਦੇ ਹਾਂ, ਦੇਸ਼ ਦੀ ਹੋਵੇ ਚਾਹੇ ਵਿਦੇਸ਼ ਦੀ ਹੋਵੇ। ਪਰ ਇੱਕ ਹੁਣ ਵੱਖਰੀ ਖਬਰ ਹੈ, ਇੱਕ ਮੰਦਿਰ ਵਿੱਚ, ਤਿਰੂਪਤੀ ਦੇ ਇੱਕ ਮੰਦਿਰ ਵਿੱਚ ਪਤਾ ਲੱਗਿਆ ਬਾਲਾਂ ਦੀ ਤਸਕਰੀ ਹੁੰਦੀ ਹੈ। ਇਹ ਕਿਸ ਤਰ੍ਹਾਂ ਦਾ ਮਾਮਲਾ? ਮੈਨੂੰ ਲੱਗਦਾ ਪਹਿਲੀ ਵਾਰ ਸਾਹਮਣੇ ਆਇਆ ਹੋਣਾ। ਦੇਖੋ, ਤਿਰੂਪਤੀ ਬਾਲਾ ਜੀ ਮੰਦਿਰ ਦੱਖਣ ਵਿੱਚ ਹੈ। ਜੀ। ਹਿੰਦੂ ਧਰਮ 'ਚ ਇੱਕ ਸ਼ਰਧਾ ਹੈ, ਵਿਸ਼ਵਾਸ ਹੈ ਕਿ ਲੋਕੀ ਉੱਥੇ ਜਾ ਕੇ ਆਪਣੇ ਸਿਰ ਦਾ ਮੁੰਡਨ ਕਰਾ ਦਿੰਦੇ ਆ, ਵਾਲ ਸਾਰੇ ਲਵਾ ਦਿੰਦੇ। ਜੀ। ਇਹ ਗੰਜਾ ਸਿਰ ਕਰਕੇ ਉੱਥੋਂ ਆਉਂਦੇ। ਉਹਨਾਂ ਦੀ ਸ਼ਰਧਾ, ਉਹਨਾਂ ਦੀ ਰਵਾਇਤ ਹੈ, ਰਸਮ ਹੈ। ਫਿਰ ਉੱਥੇ ਵਾਲ ਜਿਹੜੇ ਅੱਗੇ ਕਿੱਥੇ ਜਾਂਦੇ ਨੇ, ਇਹ ਸਵਾਲ ਬੜੀ ਵਾਰ ਖੜਾ ਹੋਇਆ। ਬਿਲਕੁਲ। ਉਹਨਾਂ ਦੀ ਨਿਲਾਮੀ ਕੀਤੀ ਜਾਂਦੀ ਹੈ। 17, 18, 19,000 ਰੁਪਏ ਕਿਲੋ ਦੇ ਹਿਸਾਬ ਨਾਲ ਉਹ ਵਾਲ ਵਿਕਦੇ ਆ। ਜੀ। ਪਰ ਉਹ ਵਾਲ ਉੱਥੋਂ ਦੁਨੀਆ ਭਰ 'ਚ ਜਾਂਦੇ, ਉਹਨਾਂ ਵਾਲਾਂ ਦੇ ਵਿਗ ਬਣਾਏ ਜਾਂਦੇ। ਹੁਣ ਰੌਲਾ ਇਸ ਕਰਕੇ ਪਿਆ ਕਿ ਆਂਧਰਾ ਪ੍ਰਦੇਸ਼ 'ਚ ਜਿਹੜੀ ਪਾਰਟੀ ਪਹਿਲਾਂ ਰਾਜ ਕਰਦੀ ਸੀ, ਤੇਲਗੂ ਦੇਸਮ ਪਾਰਟੀ, ਉਹਨਾਂ ਦੇ ਇੱਕ ਸਾਬਕਾ ਮੰਤਰੀ ਨੇ ਹੁਣ ਜਿਹੜੀ ਪਾਰਟੀ ਰਾਜ ਕਰਦੀ ਹੈ CSR ਕਾਂਗਰਸ, ਉਹਨਾਂ ਦੇ ਇੱਕ ਮੰਤਰੀ ਉੱਤੇ ਦੋਸ਼ ਲਾਤਾ ਕਿ ਜਿੱਥੇ ਜਾ ਕੇ ਭਾਰਤ ਦੇ ਉੱਤਰ ਪੂਰਬੀ ਸੂਬੇ ਮਣੀਪੁਰ ਦੀ ਤੇ ਜਿੱਥੇ ਰਾਜ ਪਲਟਾ ਹੋਇਆ ਮਿਆਂਮਾਰ, ਪੁਰਾਣਾ ਬਰਮਾ, ਉਹਦੀ ਹੱਦ ਰੱਖਦੀ ਆ, ਉੱਥੇ ਸਮਗਲਰ ਫੜੇ ਗਏ ਤੇ ਉਹਨਾਂ ਦੇ ਕੋਲੋਂ ਵਾਲ ਫੜੇ ਗਏ ਜਿਹੜੇ ਇੱਥੋਂ ਤਿਰੂਪਤੀ ਬਾਲਾ ਜੀ ਮੰਦਿਰ ਤੋਂ ਗਏ ਆ ਤੇ ਉੱਥੋਂ ਅੱਗੋਂ ਚੀਨ ਨੂੰ ਸਮਗਲ ਹੋਣੇ ਸੀ ਤੇ ਉੱਥੋਂ ਲੋਕਾਂ ਦੇ ਵਿਗ ਬਣ ਕੇ ਵਿਕਣੇ ਸੀ। ਹੁਣ ਇਹ ਕਾਰੋਬਾਰ ਤੇ ਹੈਗਾ ਕਰੋੜਾਂ ਦਾ। ਜੀ। ਛੋਟਾ ਮੋਟਾ ਨਹੀਂ ਗਾ। ਮੈਂ ਤੁਹਾਨੂੰ ਦੱਸਦਾ 15, 16, 18,000 ਰੁਪਏ ਕਿਲੋ ਵਿਕਦੇ ਨੇ ਔਰ ਉੱਥੇ ਹਜ਼ਾਰਾਂ ਦੀ ਗਿਣਤੀ 'ਚ ਲੋਕੀ ਰੋਜ਼ ਆਪਣਾ ਸਿਰ ਬਣਾਉਂਦੇ ਨੇ। ਸਾਲਾਨਾ ਕਾਰੋਬਾਰ ਕਦੇ 15 ਕਰੋੜ ਦਾ, ਕਦੇ 35 ਕਰੋੜ ਦਾ, ਹਰ ਵਾਰੀ ਵੱਧਦਾ ਜਾ ਰਿਹਾ। ਉਹ ਇੰਨਾ ਜਿਹੜਾ ਵਧੀ ਜਾ ਰਿਹਾ ਲਗਾਤਾਰ, ਉਹਦੇ ਵਿੱਚੋਂ ਸਮਗਲਰ ਵੀ ਆਪਣਾ ਦਾਅ ਲਾਉਂਦੇ ਨੇ। ਜੀ। ਉਹਨਾਂ ਪ੍ਰੋਫੈਸ਼ਨਲ ਹਜਾਮਤਾਂ ਕਰਨ ਵਾਲੇ ਪਾਸੇ ਵੀ ਰੱਖੇ ਨੇ, ਮੰਦਿਰ 'ਚੋਂ ਵੀ ਚੋਰੀ ਕਰਦੇ ਨੇ। ਉਹ ਇੱਕ ਸਾਬਕਾ ਮੰਤਰੀ ਨੇ ਮੌਜੂਦਾ ਮੰਤਰੀ ਤੇ ਦੋਸ਼ ਲਾਤਾ, ਮੌਜੂਦਾ ਮੰਤਰੀ ਨੇ ਦੋਸ਼ਾਂ ਨੂੰ ਰੱਦ ਕਰਤਾ, ਜੋ ਆਮ ਸਾਡੀ ਭਾਰਤੀ ਰਵਾਇਤ ਹੈ। ਜੀ। ਪਰ ਕੁਛ ਨਾ ਕੁਛ ਚਿੰਗਿਆੜੀ ਹੈ ਆ, ਧੂੰਆਂ ਤੇ ਤਾਂ ਹੀ ਨਿਕਲਿਆ। ਜੀ ਬਿਲਕੁਲ। ਵੱਖੋ ਵੱਖਰੇ ਕਾਰੋਬਾਰ ਅੱਜ ਕੱਲ੍ਹ ਬਣਾ ਲਿਆ। ਪੰਨੂ ਸਾਹਿਬ, ਇੱਕ ਖਬਰ ਹੈ, ਹੁਣ ਪਹਿਲਾਂ ਚਿੱਠੀਆਂ ਦਾ ਕੰਮ ਜ਼ਿਆਦਾਤਰ ਖਤਮ ਹੋ ਗਿਆ, ਪਰ ਹੁਣ ਇੱਕ ਗ੍ਰਹਿ ਮੰਤਰਾਲੇ ਨੇ ਚਿੱਠੀ ਹੋਰ ਪੰਜਾਬ ਨੂੰ ਭੇਜੀ ਹੈ, ਇੱਕ ਲਿਖ ਕੇ। ਉਹਦੇ ਵਿੱਚ ਪ੍ਰਵਾਸੀ ਮਜ਼ਦੂਰਾਂ ਦਾ ਜ਼ਿਕਰ ਆਉਂਦਾ ਹੈ। ਅਜੇ ਤੱਕ ਪਹਿਲੀ ਚਿੱਠੀ ਵਾਲਾ ਮਾਮਲਾ ਖਤਮ ਨਹੀਂ ਹੋਇਆ, ਇੱਕ ਹੋਰ ਚਿੱਠੀ ਆ ਗਈ ਹੈ, ਫਿਰ ਅੱਗੇ ਹੋਰ ਆ ਜੂਗੀ। ਕਿਵੇਂ ਦੇਖਦੇ ਹੋ ਚਿੱਠੀਆਂ ਦਾ ਕੰਮ ਹੁਣ? ਦੇਖੋ, ਭਾਰਤ ਸਰਕਾਰ ਦੇ ਵੱਖ-ਵੱਖ ਮੰਤਰਾਲੇ ਪੰਜਾਬ ਵਾਲੇ ਪਾਸੇ ਨੂੰ ਜੀ
ਲੈਟਰ ਬੰਬ ਚਲਾ ਰਹੇ ਨੇ। ਹੂੰ ਇਹ ਚਿੱਠੀਆਂ ਬੰਬ ਵਾਂਗੂ ਵੱਜਦੀਆਂ। ਜੀ ਕੋਈ ਚਿੱਠੀ ਇਸ ਗੱਲ ਤੇ ਆ ਕਿ ਕਿਸਾਨਾਂ ਦੀ ਫਸਲ ਖਰੀਦਣੀ ਆ ਤੇ ਘੱਟੋ ਘੱਟ ਖਰੀਦ ਕੀਮਤ ਦਾ ਕੀ ਕਰਨਾ, ਬਿਲਕੁਲ ਕਿਸਾਨਾਂ ਦੇ ਖਾਤੇ 'ਚ ਪਾਉਣੀ ਆ। ਕੋਈ ਕਹਿੰਦੇ ਆ ਕਿ ਇਹਦੇ 'ਚ ਕਣਕ ਦੇ ਵਿੱਚ ਇੰਨੀ ਸਲਾਬ ਚਾਹੀਦੀ, ਇੰਨੇ ਰੋੜੇ ਚਾਹੀਦੇ ਆ, ਪਹਿਲਾਂ ਨਾਲੋਂ ਅਸੀਂ ਸਲਾਬ ਵੀ ਘਟਾਤੀ ਆ, ਸੁਕਾ ਕੇ ਲਿਆਓ ਕਣਕ। ਕੋਈ ਕਹਿੰਦਾ ਪਹਿਲਾਂ ਮਾੜਾ ਮੋਟਾ ਜੇ ਇੰਨੇ % ਰੋੜਾ ਸੀ ਤੇ ਹੁਣ ਇੰਨਾ ਵੀ ਨਹੀਂ, ਸਾਨੂੰ ਇੰਨਾ ਚਾਹੀਦਾ ਜੀ। ਬਹੁਤ ਪਾਬੰਦੀਆਂ ਲਾਈਆਂ ਜਾ ਰਹੀਆਂ ਨੇ, ਉਹ ਵੀ ਲੈਟਰ ਆਏ ਨੇ। ਹੁਣ ਇਹਨਾਂ ਲੈਟਰਸ ਦੇ ਮਗਰ ਇੱਕ ਲੈਟਰ ਹੋਰ ਆ ਗਿਆ, ਉਹ ਇਸ ਵਾਰੀ ਸਿੱਧੇ ਤੌਰ ਤੇ ਕਿਸਾਨਾਂ ਤੇ ਦੋਸ਼ ਲਾਉਣ ਵਾਲਾ। ਕਹਿੰਦੇ ਜੀ ਬਾਰਡਰ ਦੇ ਇਲਾਕਿਆਂ 'ਚ BSF ਨੇ ਕੁਝ ਬੰਦੇ ਫੜੇ ਆ ਜਿਹੜੇ ਮਾਨਸਿਕ ਰੋਗੀ ਨੇ ਜੀ, ਤੇ ਉਹਨਾਂ ਨੂੰ ਕਿਸਾਨਾਂ ਨੇ ਬੰਧੂਆ ਮਜ਼ਦੂਰ ਬਣਾਇਆ ਸੀ। ਹੁਣ ਪੂਰੀ ਚਿੱਠੀ ਮੇਰੇ ਕੋਲ ਨਹੀਂ, ਇਸ ਕਰਕੇ ਮੈਂ ਪੜ੍ਹ ਨਹੀਂ ਸਕਿਆ, ਜੋ ਕੁਝ ਅਖਬਾਰਾਂ 'ਚ ਆਈ ਹੈ। ਅੱਜ ਤੱਕ ਪੰਜਾਬ ਦੇ ਕੋਈ ਇੱਕਾ ਦੁੱਕਾ ਕੇਸ ਇੱਥੇ ਹੋ ਗਿਆ ਹੋਵੇਗਾ, ਉਹ ਤਾਂ UP 'ਚ ਵੀ ਹੋ ਜਾਂਦਾ, ਬਿਹਾਰ 'ਚ ਵੀ ਹੋ ਜਾਂਦਾ, ਹਿੰਦੁਸਤਾਨ ਦੀ ਹਰ ਨੁੱਕਰ 'ਚ ਹੋ ਜਾਂਦਾ ਜੀ। ਪਰ ਉੱਦਾਂ ਅੱਜ ਤੱਕ ਪੰਜਾਬ 'ਚ ਕਦੇ ਕਿਤੇ ਇਹ ਨਹੀਂ ਹੋਇਆ ਕਿ ਮਜ਼ਦੂਰਾਂ ਨੂੰ ਕਿਸੇ ਕਿਸਾਨ ਨੇ ਬੰਧੂਆ ਮਜ਼ਦੂਰ ਬਣਾਇਆ ਹੋਵੇ। ਪੰਜਾਬ ਦੇ ਕਿਸਾਨਾਂ 'ਚ ਰਿਵਾਇਤ ਨਹੀਂ। ਔਰ ਜੇ ਇਦਾਂ ਦੀ ਗੱਲ ਹੋਵੇ ਤਾਂ ਮਜ਼ਦੂਰ ਇੱਥੇ ਆਉਣ ਹੀ ਨਹੀਂ ਲੱਗੇ। ਸਾਡੇ ਤਾਂ ਇੱਥੇ ਹਾਲਤ ਹੈ ਕਿ ਮਜ਼ਦੂਰਾਂ ਨੇ ਆਉਣਾ ਹੁੰਦਾ ਤੇ ਕਿਸਾਨ ਜਾ ਕੇ ਆਪਣੇ ਕੰਮ ਛੱਡ ਕੇ ਲੁਧਿਆਣੇ, ਜਲੰਧਰ, ਅੰਮ੍ਰਿਤਸਰ ਰੇਲਵੇ ਸਟੇਸ਼ਨਾਂ ਤੇ ਬਹਿ ਜਾਂਦੇ ਆ। ਆਏ ਮਜ਼ਦੂਰਾਂ ਨਾਲ ਸੌਦਾ ਮਾਰਦੇ ਆ ਜੀ ਕਿ ਤੁਹਾਨੂੰ ਇੰਨੇ ਦਾਣੇ ਦਿਆਂਗੇ, ਇੰਨਾ ਖਾਣ ਪੀਣ ਨੂੰ ਦਿਆਂਗੇ, ਹਫ਼ਤੇ 'ਚ 2 ਵਾਰੀ ਮੀਟ ਖਵਾਇਆ ਕਰਾਂਗੇ, ਸ਼ਰਾਬ ਪੀਣੀ ਉਹ ਵੀ ਲੈ ਕੇ ਦਿਆਂਗੇ, ਮੋਬਾਈਲ ਲੈ ਕੇ ਦਿਆਂਗੇ। ਹੁਣ ਤਾਂ ਭਲਾ ਮੋਬਾਈਲ ਤੇ ਬਹੁਤੇ ਪੈਸੇ ਕਾਲ ਕਰਨ ਦੇ ਲੱਗਦੇ ਨਹੀਂ ਜੀ। ਇੱਥੋਂ ਤੱਕ ਸੀ ਕਿ ਰੋਮਿੰਗ UP ਬਿਹਾਰ 'ਚ ਤੁਸੀਂ ਗੱਲ ਕਰੋਗੇ ਤੇ ਉਹ ਵੀ ਤੁਹਾਨੂੰ ਅਸੀਂ ਪੈਸੇ ਪਵਾ ਕੇ ਦਿਆਂਗੇ। ਇੰਨਾ ਕੁਝ ਦਿੰਦੇ ਸੀ। ਹੁਣ ਵੀ ਜਿਹੜੇ ਪਿਛਲੇ ਸਾਲ ਇੱਥੋਂ ਮਜ਼ਦੂਰ ਗਏ UP ਬਿਹਾਰ ਨੂੰ, ਨਹੀਂ ਗੱਡੀਆਂ ਦਾ ਪ੍ਰਬੰਧ ਕੀਤਾ, ਸਰਕਾਰ ਨੇ ਨਹੀਂ ਕੀਤਾ, ਕਿਸਾਨਾਂ ਨੇ ਤੇ ਜਾਣ ਲੱਗਿਆਂ ਨੂੰ ਦਾਣੇ ਵੀ ਦਿੱਤੇ ਨੇ ਜੀ, ਪੈਸੇ ਪੈਸੇ ਵੀ ਦਿੱਤੇ ਨੇ। ਇਹ ਵੀ ਆਖਿਆ ਟਿਕੇ ਰਹੋ, ਔਖੇ ਸੌਖੇ ਕੱਟ ਲਾਂਗੇ, ਜਿਹੜੇ ਚਲੇ ਗਏ ਸੋ ਚਲੇ ਗਏ। ਵਾਪਸ ਆਉਣ ਲੱਗਿਆ ਫਿਰ ਉਹਨਾਂ ਨੂੰ ਆਖਿਆ। ਲੁਧਿਆਣੇ ਦਾ ਇੱਕ ਫੈਕਟਰੀ ਵਾਲਾ ਕਿਸਾਨਾਂ ਨੂੰ ਉੱਥੋਂ ਜਹਾਜ਼ ਦੇ ਉੱਤੇ ਚੜ੍ਹਾ ਕੇ ਲਿਆਇਆ। ਉਹਨਾਂ ਸਾਰਿਆਂ ਨੇ ਉੱਤੇ ਕੀਤਾ। ਪੰਜਾਬ ਵਿੱਚ ਉੱਤਰ ਪ੍ਰਦੇਸ਼, ਬਿਹਾਰ, ਛੱਤੀਸਗੜ੍ਹ, ਝਾਰਖੰਡ, ਮੱਧ ਪ੍ਰਦੇਸ਼ ਦੇ ਮਜ਼ਦੂਰਾਂ ਨਾਲ ਕਦੇ ਇਦਾਂ ਦੀ ਕੋਈ ਗੱਲ ਹੋਈ ਹੋਵੇ? ਅਜੇ ਤੱਕ ਨਹੀਂ ਸੁਣੀ ਜੀ। ਹੁਣ ਜਿਹੜੀ ਇਹ ਦੂਸ਼ਣਬਾਜ਼ੀ ਹੋ ਰਹੀ ਹੈ, ਇਹ ਕਿਸਾਨਾਂ ਦੀ ਐਜੀਟੇਸ਼ਨ ਦਾ ਕਰਕੇ ਪੰਜਾਬ ਦੇ ਕਿਸਾਨਾਂ ਨੂੰ ਬਦਨਾਮ ਕਰਨ ਵਾਸਤੇ ਕੋਈ ਖੇਡ ਜਾਪਦੀ ਹੈ ਜੀ। ਮੈਂ ਫਿਰ ਆਖਾਂ ਕਿ ਹੋਮ ਮਿਨਿਸਟਰੀ ਦੀ ਜਿਹੜੀ ਚਿੱਠੀ ਦੀ ਚਰਚਾ, ਮੈਂ ਉਹ ਚਿੱਠੀ ਨਹੀਂ ਪੜ੍ਹੀ। ਜੇ ਪੜ੍ਹੀ ਹੋਵੇ ਤਾਂ ਮੈਂ ਉਹ ਠੋਕ ਕੇ ਬਣਾ। ਪਰ ਜਿਹੜੀ ਚਰਚਾ ਉਹ ਇਦਾਂ ਲੱਗਦਾ ਕਿ ਕੁਝ ਵੈਸਟਡ ਇੰਟਰਸਟ, ਕੁਝ ਇਸ ਤਰ੍ਹਾਂ ਦੇ ਲੋਕ ਜਿਹੜੇ ਕਿਸਾਨ ਮੋਰਚੇ ਦੇ ਖਿਲਾਫ ਆ, ਜਿਹੜੇ ਕੇਂਦਰ ਸਰਕਾਰ ਦੇ ਜ਼ਰੂਰਤ ਤੋਂ ਜ਼ਿਆਦਾ ਜੀ ਹਜ਼ੂਰੀਏ ਬਣਨਾ ਚਾਹੁੰਦੇ ਆ ਜੀ, ਉਹ ਲੋਕ ਇਸ ਤਰ੍ਹਾਂ ਦੀਆਂ ਜਿਹੜੀਆਂ ਅੱਗੀਆਂ ਗੱਲਾਂ ਉਹ ਚਲਾ ਰਹੇ ਨੇ। ਅਸਲ ਵਿੱਚ ਇੱਥੇ ਪੰਜਾਬ ਦੇ ਵਿੱਚ ਪ੍ਰਵਾਸੀ ਮਜ਼ਦੂਰਾਂ ਨਾਲ ਕਦੇ ਵੀ ਇਸ ਤਰ੍ਹਾਂ ਦੀ ਨਹੀਂ ਹੁੰਦੀ। ਜੀ ਬਿਲਕੁਲ। ਚਰਚਾ ਤਾਂ ਪੰਨੂ ਸਾਹਿਬ ਹੋਰ ਵੀ ਬਹੁਤ ਸਾਰੀਆਂ ਚੱਲੀਆਂ ਨੇ। ਅਸੀਂ ਦੇਖਿਆ ਚੋਣਾਂ ਆ, ਹੁਣ 5 ਸੂਬਿਆਂ ਵਿੱਚ ਚੋਣ ਪ੍ਰਚਾਰ ਚੱਲ ਰਿਹਾ ਹੈ। ਵੱਖ-ਵੱਖ ਤਰ੍ਹਾਂ ਦੇ ਇੱਕ ਦੂਜੇ ਦੇ ਉੱਪਰ ਦੋਸ਼ ਲਗਾਏ ਜਾ ਰਹੇ ਆ। ਹੁਣ ਇੱਕ ਨਵੀਂ ਗੱਲ ਪਤਾ ਲੱਗੀ ਹੈ, ਭਾਜਪਾ ਦੀ ਉਮੀਦਵਾਰ ਦੀ ਇੱਕ ਗੱਡੀ ਦੇ ਵਿੱਚੋਂ EVM ਮਸ਼ੀਨ ਨਿਕਲੀ ਹੈ। ਬੜਾ ਰੌਲਾ ਹੈ, ਕਿਵੇਂ ਦੇਖਦੇ ਹੋ? ਦੇਖੋ, ਭਾਜਪਾ ਦੇ ਉੱਤੇ ਦੋਸ਼ ਅੱਗੇ ਵੀ ਲੱਗਦੇ ਰਹੇ ਜੀ। ਪਹਿਲਾਂ ਜਦੋਂ ਤਾਕਤਵਰ ਹੁੰਦੀ ਸੀ ਉਦੋਂ ਕਾਂਗਰਸ ਤੇ ਦੋਸ਼ ਲੱਗਦੇ ਹੁੰਦੇ ਸੀ। ਫਿਰ ਕਾਂਗਰਸ ਕੇਂਦਰ 'ਚ ਰਹਿ ਗਈ, ਸੂਬਿਆਂ ਜਿਹੜੀਆਂ ਤਾਕਤਵਰ ਪਾਰਟੀਆਂ ਸੀ ਉਹਨਾਂ ਤੇ ਦੋਸ਼ ਲੱਗਦੇ ਰਹੇ। ਬਿਹਾਰ ਵਿੱਚ ਲਾਲੂ ਦੀ ਪਾਰਟੀ ਤੇ ਵੀ ਦੋਸ਼ ਲੱਗਦੇ ਰਹੇ, ਨਤੀਸ਼ ਦੀ ਪਾਰਟੀ ਤੇ ਵੀ ਲੱਗਦੇ ਰਹੇ ਜੀ। UP 'ਚ ਸਮਾਜਵਾਦੀ ਪਾਰਟੀ ਤੇ ਵੀ ਦੋਸ਼ ਲੱਗਦੇ ਰਹੇ, ਬਸਪਾ ਤੇ ਵੀ ਲੱਗਦੇ ਰਹੇ। ਉਹ ਜੰਮੂ ਕਸ਼ਮੀਰ ਦੇ ਵਿੱਚ ਫਾਰੂਕ ਅਬਦੁੱਲੇ ਦੀ ਨੈਸ਼ਨਲ ਕਾਨਫਰੰਸ ਤੇ ਵੀ ਤੇ PDP ਜਿਹੜੀ ਮਹਿਬੂਬਾ ਮੁਫਤੀ ਦੀ ਉੱਤੇ ਵੀ ਲੱਗਦੇ ਰਹੇ। ਸਾਡੇ ਪੰਜਾਬ 'ਚ ਅਕਾਲੀਆਂ ਤੇ ਵੀ ਲੱਗਦੇ ਰਹੇ, ਸਾਰਿਆਂ ਤੇ ਲੱਗਦੇ ਰਹੇ। ਇਸ ਵੇਲੇ ਕੇਂਦਰ ਵਿੱਚ ਵੀ ਤੇ ਸੂਬਿਆਂ ਵਿੱਚ ਵੀ ਭਾਜਪਾ ਭਾਰੂ ਆ ਜੀ। ਇਹ ਭਾਰੂ ਪਾਰਟੀ ਹੋਣ ਕਰਕੇ ਇਹਦੇ ਬੰਦੇ ਹਰ ਕਿਸਮ ਦੀ ਧੱਕੜਸ਼ਾਹੀ ਕਰਦੇ ਆ। ਹੁਣ ਜੋ ਕੁਝ ਅਸਾਮ 'ਚ ਆ, ਕੇਂਦਰ ਵਿੱਚ ਵੀ ਸਰਕਾਰ ਇਹਨਾਂ ਦੀ, ਅਸਾਮ ਵਿੱਚ ਵੀ ਸਰਕਾਰ ਇਹਨਾਂ ਦੀ, ਚੋਣ ਕਮਿਸ਼ਨ ਦਾ ਮੁੱਖ ਚੋਣ ਕਮਿਸ਼ਨਰ ਤੇ ਦੂਜੇ ਜਿਹੜੇ ਆ ਜੀ, ਉਹਨਾਂ ਤੇ ਦੋਸ਼ ਲੱਗਦੇ ਆ ਕਿ ਉਹ ਨਿਰਪੱਖ ਨਹੀਂ, ਨਰਿੰਦਰ ਮੋਦੀ ਸਰਕਾਰ ਵੱਲ ਨੇੜਤਾ ਰੱਖਦੇ ਨੇ, ਪੱਖ ਲੈਂਦੇ ਨੇ ਉਹਦਾ। ਇਹੋ ਜਿਹੇ ਹਾਲਾਤ ਵਿੱਚ ਜਦੋਂ ਚੋਣ ਕਮਿਸ਼ਨ ਦੇ ਸਟਾਫ ਤੇ ਚੋਣ ਸਟਾਫ ਦੇ ਉੱਤੇ ਦੋਸ਼ ਲੱਗਦੇ ਆ ਜੀ। ਕੱਲ ਮਮਤਾ ਬੈਨਰਜੀ ਨੇ ਆਖਿਆ ਕਿ ਮੇਰੇ ਹਲਕੇ 'ਚ ਨੰਦੀਗ੍ਰਾਮ 'ਚ ਜਿਹੜਾ ਚੋਣਾਂ ਵਾਲਾ ਸਟਾਫ ਹੈ ਉਹ ਇੰਨਾ ਪੱਖਪਾਤ ਕਰ ਰਿਹਾ ਕਿ ਮੇਰੀ ਪਾਰਟੀ ਦੇ ਚੋਣ ਏਜੰਟਾਂ ਨੂੰ ਉੱਥੇ ਮੇਰੀ ਸਰਕਾਰ ਹੋਣ ਦੇ ਬਾਵਜੂਦ ਪੋਲਿੰਗ ਬੂਥ ਵਿੱਚ ਨਹੀਂ ਵੜਨ ਦਿੱਤਾ ਗਿਆ, ਪੋਲਿੰਗ ਏਜੰਟਾਂ ਨੂੰ ਜੀ, ਤੇ ਦੂਸਰਿਆਂ ਦੇ ਬਿਠਾਏ ਆ। ਸਾਡੇ ਵੋਟਰ ਬਾਹਰ ਖੜੇ ਆ ਤੇ ਦੂਸਰਿਆਂ ਦੇ ਵੋਟਰ ਅੰਦਰ ਜਾ ਕੇ ਵੋਟਾਂ ਪਾਉਂਦੇ ਰਿਹਾ। ਉਹ ਉੱਥੋਂ ਚੋਣ ਕਮਿਸ਼ਨ ਨਾਲ ਵੀ ਗੱਲ ਕਰਦੀ, ਗਵਰਨਰ ਨਾਲ ਵੀ ਕਰਦੀ, ਜਿੱਥੇ ਉਹਦੀ ਆਪਣੀ ਸਰਕਾਰ ਹੈ। ਬਿਲਕੁਲ। ਪਰ ਅਸਾਮ ਦੇ ਵਿੱਚ ਤਾਂ ਕੇਂਦਰ ਦੀ ਸਰਕਾਰ ਵੀ ਭਾਜਪਾ ਦੀ ਤੇ ਸੂਬੇ ਦੀ ਸਰਕਾਰ ਵੀ ਭਾਜਪਾ ਦੀ। ਉਹਨਾਂ ਨੂੰ ਰੋਕਣ ਵਾਲਾ ਉੱਥੇ ਕੌਣ ਹੈ? ਹੋਇਆ ਇਸ ਤਰ੍ਹਾਂ ਕਿ ਇੱਕ ਬਲੇਰੋ ਗੱਡੀ ਜਿਹੜੀ ਸੀ ਉਹ ਫੜੀ ਗਈ ਜੀ।
ਬਲੇਰੋ ਐਸਯੂਵੀ ਗੱਡੀ ਖਾਲੀ ਖੜੀ, ਲੋਕਾਂ ਝਾਤੀ ਮਾਰੀ ਤੇ ਉਹ 'ਚ ਇੱਕ ਵੋਟਿੰਗ ਮਸ਼ੀਨ ਪਈ। ਉਹਨਾਂ ਘੇਰਾ ਪਾ ਲਿਆ, ਪਤਾ ਲੱਗਾ ਕਿ ਬੰਦੇ ਵਿੱਚ ਸੀ ਤੇ ਭੀੜ ਆਉਂਦੀ ਵੇਖ ਕੇ ਭੱਜ ਗਿਆ। ਜਦੋਂ ਵੇਖੀ ਵੋਟਿੰਗ ਮਸ਼ੀਨ ਹੈ ਤੇ ਵੋਟਿੰਗ ਮਸ਼ੀਨ ਕਿਸੇ ਪੋਲਿੰਗ ਬੂਥ ਤੋਂ ਆਈ ਸੀਗੀ ਜੀ, ਉਹਦੇ ਨਾਲ ਕੋਈ ਨਹੀਂ। ਇਹਦੇ ਉੱਤੇ ਫਿਰ ਰੌਲਾ ਪੈਣ ਤੋਂ ਬਾਅਦ ਕਿਸੇ ਨੇ ਵੀਡੀਓ ਬਣਾਤੀ। ਉਹ ਵੀਡੀਓ ਕਾਂਗਰਸ ਦੀ ਜਨਰਲ ਸੈਕਟਰੀ ਪ੍ਰਿਯੰਕਾ ਗਾਂਧੀ ਨੇ ਅੱਗੇ ਵਾਇਰਲ ਕਰ ਦਿੱਤੀ। ਚੋਣ ਕਮਿਸ਼ਨ ਕੋਲੇ ਤੋਂ ਪਹਿਲਾਂ ਗੱਲ ਪਹੁੰਚ ਗਈ ਹੋਵੇਗੀ, ਮੈਂ ਸਮਝਦਾ। ਇਹਨੂੰ ਸਕਦਾ ਨੂੰ ਪਤਾ ਨਾ ਲੱਗਾ ਹੋਵੇ, ਤੇ ਜੇ ਪਤਾ ਨਹੀਂ ਲੱਗਾ ਤੇ ਫਿਰ ਚੋਣ ਕਮਿਸ਼ਨ ਦੀ ਨਲਾਇਕੀ ਆ ਤੇ ਅਸਾਮ ਦੇ ਚੋਣ ਅਫਸਰਾਂ ਦੀ ਮੁਜਰਮਾਨਾ ਲਾਪਰਵਾਹੀ ਆ ਕਿ ਉਹਨੂੰ ਪਤਾ ਨਹੀਂ ਲੱਗਾ ਜੀ। ਜਵਾਬ ਕੀ ਦਿੱਤਾ ਗਿਆ? ਕਹਿੰਦੇ ਜੀ ਚੋਣ ਕਮਿਸ਼ਨ ਦਾ ਸਟਾਫ ਵੋਟਾਂ ਪਵਾ ਕੇ ਆ ਰਿਹਾ ਸੀ, ਰਾਹ 'ਚ ਉਹਨਾਂ ਦੀ ਗੱਡੀ ਖਰਾਬ ਹੋ ਗਈ, ਉਹਨਾਂ ਇੱਕ ਗੱਡੀ ਨੂੰ ਹੱਥ ਦਿੱਤਾ, ਉਹ 'ਚ ਮਸ਼ੀਨ ਰੱਖ ਦਿੱਤੀ ਤੇ ਪੁੱਛਿਆ ਹੀ ਨਹੀਂ ਵੀ ਗੱਡੀ ਕਿਹਦੀ ਆ ਜੀ। ਬਾਅਦ ਵਿੱਚ ਪਤਾ ਲੱਗਾ ਕਿ ਜਿਹੜੇ ਹਲਕੇ ਦੀ ਵੋਟਿੰਗ ਮਸ਼ੀਨ ਆ, ਉਸ ਹਲਕੇ ਜਿਹੜਾ ਬੀਜੇਪੀ ਉਮੀਦਵਾਰ ਖੜਾ, ਉਸ ਉਮੀਦਵਾਰ ਦੀ ਘਰਵਾਲੀ ਦੇ ਨਾਂ ਦੇ ਉੱਤੇ ਗੱਡੀ ਰਜਿਸਟਰ ਹੈ, ਜਿਹਦੇ ਵਿੱਚ ਉਹ ਮਸ਼ੀਨ ਰੱਖੀ ਹੈ ਜੀ। ਕਹਿੰਦੇ ਜੀ ਵੋਟਿੰਗ ਮਸ਼ੀਨ ਇਸ ਕਰਕੇ ਉਹ 'ਚ ਰੱਖਣੀ ਪਈ ਕਿਉਂਕਿ ਚੋਣ ਕਮਿਸ਼ਨ ਨੇ ਜਿਹੜੀ ਗੱਡੀ ਦਿੱਤੀ ਸੀ ਪੋਲਿੰਗ ਸਟਾਫ ਨੂੰ, ਉਹ ਗੱਡੀ ਖਰਾਬ ਹੋ ਗਈ ਸੀ। ਜੇ ਗੱਡੀ ਖਰਾਬ ਹੋ ਗਈ ਸੀ, ਇਹ ਮਸ਼ੀਨ ਭਾਜਪਾ ਉਮੀਦਵਾਰ ਦੀ ਗੱਡੀ ਵਿੱਚ ਕਿਉਂ ਰੱਖੀ ਗਈ, ਕਿਸੇ ਹੋਰ ਤੇ ਕਿਉਂ ਨਾ ਰੱਖੀ ਗਈ? ਤੇ ਜੇ ਰੱਖੀ ਗਈ ਤੇ ਇਸ ਮਸ਼ੀਨ ਦੇ ਨਾਲ ਪੋਲਿੰਗ ਸਟਾਫ ਆਪ ਕਿਉਂ ਨਾ ਬੈਠਾ ਜੀ? ਮਸ਼ੀਨ ਲਵਾਰਸ ਭਾਜਪਾ ਉਮੀਦਵਾਰ ਨੂੰ ਕਿੱਦਾਂ ਫੜਾਤੀ ਗਈ? ਬਹੁਤ ਸਾਰੇ ਸਵਾਲ ਨੇ। ਫਿਰ ਇਹ ਵੀ ਹੈ ਕਿ ਹਰ ਬੂਥ ਦੇ ਉੱਤੇ ਨਾਲ ਪੁਲਿਸ ਪਾਰਟੀ ਜਾਂਦੀ ਹੈ ਤੇ ਪੁਲਿਸ ਪਾਰਟੀ ਰਿਟਰਨਿੰਗ ਅਫਸਰ ਦੇ ਦਫ਼ਤਰ ਤੋਂ ਜਦੋਂ ਮਸ਼ੀਨਾਂ ਲੈ ਕੇ ਜਾਂਦੇ ਉਦੋਂ ਵੀ ਨਾਲ ਹੁੰਦੀ, ਜਦੋਂ ਵੋਟਾਂ ਪੈਂਦੀਆਂ ਉਦੋਂ ਵੀ ਨਾਲ ਹੁੰਦੀ, ਜਦੋਂ ਵਾਪਸ ਲਿਆਉਂਦੇ ਉਦੋਂ ਵੀ ਨਾਲ ਹੁੰਦੀ ਆ। ਜਦ ਤੱਕ ਰਾਤ ਨੂੰ ਆ ਕੇ ਰਿਟਰਨਿੰਗ ਅਫਸਰ ਦੇ ਗੋਦਾਮ 'ਚ ਮਸ਼ੀਨਾਂ ਜਮ੍ਹਾਂ ਨਹੀਂ ਹੋ ਜਾਂਦੀਆਂ, ਪੁਲਿਸ ਪਾਰਟੀ ਨਾਲ ਹੁੰਦੀ। ਜਿਹੜੀ ਪੁਲਿਸ ਫੋਰਸ ਸੀ ਉਹ ਕਿੱਥੇ ਗਈ? ਉਸ ਗੱਡੀ 'ਚ ਕਿਉਂ ਨਹੀਂ ਸੀ ਜੀ? ਇਹ ਇੱਕ ਹਲਕੇ 'ਚ ਮਸ਼ੀਨ ਫੜੀ ਗਈ ਆ। ਜਿਹੜੇ 126 ਹਲਕੇ ਨੇ ਅਸਾਮ ਦੇ, ਉਹਨਾਂ 'ਚੋਂ ਬਾਕੀ ਹਲਕਿਆਂ 'ਚ ਕੀ ਹੋਇਆ ਹੋਵੇਗਾ? ਲੋਕੀ ਇਹਦੇ ਗੱਲਾਂ ਕਿਉਂ ਨਾ ਕਰਨਗੇ? ਲੋਕੀ ਤੇ ਦੋਸ਼ ਕਿਉਂ ਨਾ ਲਾਉਣਗੇ? ਭਾਜਪਾ ਤੇ ਦੋਸ਼ ਲੱਗਣਗੇ ਜੀ। ਜਵਾਬ ਦੇਣਾ ਚਾਹੀਦਾ। ਇੱਕਦਾਂ ਹੋ ਸਕਦਾ ਕਿ ਮਸ਼ੀਨ ਖਰਾਬ ਹੁੰਦੀ ਹੈ ਤੇ ਖਰਾਬ ਹੋ ਕੇ ਤੇ ਮਸ਼ੀਨ ਨੂੰ ਵੀ ਦੂਜੀ ਕੋਈ ਗੱਡੀ ਪਸੰਦ ਨਹੀਂ ਆਉਂਦੀ ਜੀ, ਭਾਜਪਾ ਉਮੀਦਵਾਰ ਦੀ ਗੱਡੀ ਪਸੰਦ ਆਉਂਦੀ ਹੈ। ਔਰ ਇਹ ਵੀ ਉਹਨੂੰ ਖਿਆਲ ਆ ਜਾਂਦਾ ਕਿ ਹੁਣ ਵੋਟਾਂ ਵਾਲਾ ਸਟਾਫ ਨਾਲ ਨਾ ਬੈਠੇ ਤੇ ਸਿਕਿਉਰਿਟੀ ਵਾਲੇ ਨਾਲ ਨਾ ਬੈਠਣ, ਕਿਉਂਕਿ ਭਾਜਪਾ ਦੇ ਹੱਥਾਂ 'ਚ ਦੇਸ਼ ਵੀ ਸੁਰੱਖਿਅਤ ਹੈ, ਅਸਾਮ ਵੀ ਸੁਰੱਖਿਅਤ ਹੈ ਤੇ ਮਸ਼ੀਨਾਂ ਵੀ ਸੁਰੱਖਿਅਤ ਹੈ ਜੀ। ਇਹ ਜੋ ਕੁਛ ਹੋਇਆ ਸਰਾਸਰ ਗਲਤ ਹੋਇਆ। ਇਹਦੇ ਉੱਤੇ ਹੁਣ ਚੋਣ ਕਮਿਸ਼ਨ ਨੇ ਕੀ ਕੀਤਾ? ਉਸ ਬੂਥ ਉੱਤੇ ਵੋਟਾਂ ਪਾਉਣ ਵਾਲੇ 3-4 ਬੰਦੇ ਜਿਹੜੇ ਸਸਪੈਂਡ ਕਰ ਦਿੱਤੇ। ਇਹਨਾਂ ਤਿੰਨਾਂ ਚੋਂ ਦੇ ਸਸਪੈਂਡ ਕਰਨ ਨਾਲ ਇਹ ਕਹਿਤਾ ਜੀ ਉਸ ਬੂਥ ਦੇ ਉੱਤੇ ਵੋਟਾਂ ਫਿਰ ਪਵਾ ਲਾਂਗੇ ਜੀ। ਪਰ ਇਹ ਕੌਣ ਚੈੱਕ ਕਰੇਗਾ ਕਿ ਬਾਕੀ ਬੂਥਾਂ ਤੇ ਕੁਛ ਹੋਇਆ ਕਿ ਨਹੀਂ ਹੋਇਆ? ਅੱਜ ਕੱਲ੍ਹ ਤਾਂ GPS ਸਿਸਟਮ ਹੈ, ਇਹਦੇ ਉੱਤੇ ਬੱਸਾਂ ਦੇ ਉੱਤੇ ਵੀ ਲੱਗਣ ਲੱਗ ਪਿਆ ਜੀ। ਤੇ ਚੋਣ ਕਮਿਸ਼ਨ ਨੇ ਆਪਣੀਆਂ ਮਸ਼ੀਨਾਂ ਤੇ ਕਿਉਂ ਨਾ ਲਾਇਆ ਤਾਂ ਕਿ ਟਰੈਕ ਕੀਤਾ ਜਾ ਸਕੇ ਕਿ ਮਸ਼ੀਨ ਮਿੱਥੇ ਰਾਹ ਤੇ ਜਾਂਦੀ ਹੈ ਜਾਂ ਵਿੱਚੋਂ ਬੀਜੇਪੀ ਲੀਡਰ ਦੇ ਉਮੀਦਵਾਰ ਦੇ ਘਰ ਚਾਹ ਪਾਣੀ ਪੀਣ ਵੀ ਜਾਂਦੀ ਹੈ ਜੀ। ਉਹਦੇ ਉੱਤੇ ਰਸਤੇ 'ਚ ਕੀ ਆਪਰੇਸ਼ਨ ਹੋਇਆ, ਕਿਹੜੇ ਆਪਰੇਸ਼ਨ ਥੀਏਟਰ 'ਚ ਉਹਨੂੰ ਲਿਖ ਕੇ ਗਏ, ਕਿਸੇ ਨੂੰ ਕੋਈ ਪਤਾ? ਚੋਣ ਕਮਿਸ਼ਨ ਇੰਨਾ ਘੋਗਲ ਕਰਨਾ ਕਿਉਂ ਹੋ ਜਾਵੇ ਕਿ ਉਹਨੂੰ ਪਤਾ ਹੀ ਨਹੀਂ ਲੱਗੇ? ਅੱਗੇ ਅਸੀਂ ਕਹਿੰਦੇ ਸਾਂ ਚੋਣ ਕਮਿਸ਼ਨ ਦੇ ਦੰਦ ਨਹੀਂ, ਕਿਸੇ ਨੂੰ ਕੁਝ ਕਰਨ ਨਹੀਂ ਜੋਗਾ ਜੀ। ਹੁਣ ਤਾਂ ਇਹ ਤੋਂ ਸਾਫ਼ ਦਿਸਣ ਲੱਗ ਪਿਆ ਕਿ ਇਸ ਤਰ੍ਹਾਂ ਜਾਣਬੁੱਝ ਕੇ ਅੱਖਾਂ ਮੀਟ ਰਿਹਾ। ਇਸ ਮਸਲੇ ਤੇ ਰੌਲਾ ਪਏਗਾ, ਅਦਾਲਤਾਂ ਤੱਕ ਵੀ ਗੱਲ ਕੱਲ੍ਹ ਨੂੰ ਜਾ ਸਕਦੀ ਹੈ। ਚੋਣ ਕਮਿਸ਼ਨ ਨੂੰ ਚਾਹੀਦਾ ਵੀ ਇਹਦੇ ਉੱਤੇ ਕੁਝ ਨਾ ਕੁਝ ਕਰੇ ਜੀ। ਪਰ ਚਰਚਾ ਕੀ ਹੈ? ਉਹ ਕਹਿੰਦੇ ਜੀ ਮੁੱਖ ਚੋਣ ਕਮਿਸ਼ਨਰ ਥੋੜ੍ਹੇ ਦਿਨਾਂ ਤੱਕ ਰਿਟਾਇਰ ਹੋਣ ਵਾਲਾ, ਆ 5 ਰਾਜਾਂ ਦੀਆਂ ਚੋਣਾਂ ਲੰਘਦੇ ਸਾਰਿਆਂ ਨੇ ਰਿਟਾਇਰ ਹੋ ਜਾਣਾ। ਇੱਥੇ ਬਹੁਤ ਸਾਰੇ ਅਫਸਰ ਹੈ, ਜੱਜ ਤੱਕ ਨੇ, ਹੁਣ ਤਾਂ ਸੁਪਰੀਮ ਕੋਰਟ ਦੇ ਜੱਜਾਂ 'ਚ ਵੀ ਇਹ ਗੱਲ ਜਾਣ ਲੱਗ ਪਈ ਹੈ ਕਿ ਰਿਟਾਇਰ ਹੋਣ ਤੋਂ ਪਹਿਲਾਂ ਹੀ ਕੇਂਦਰ 'ਚ ਰਾਜ ਕਰਦੀ ਪਾਰਟੀ ਨਾਲ ਅੱਖਾਂ ਮਿਲਾ ਲੈਂਦੇ ਆ ਕਿ ਮੈਂ ਰਿਟਾਇਰ ਹੋ ਰਿਹਾ, ਮੈਨੂੰ ਦੱਸੋ ਰਾਜ ਸਭਾ ਦਾ ਮੈਂਬਰ ਬਣਾ ਦਿਓਗੇ ਕਿ ਨਹੀਂ ਬਣਾ ਦਿਓਗੇ ਜੀ। ਜੇ ਉਹਨਾਂ ਨੂੰ ਪਹਿਲਾਂ ਹੀ ਇਹ ਝਾਕ ਹੁੰਦੀ ਹੈ ਕੇਂਦਰ ਸਰਕਾਰ ਦੇ ਫਲਾਣੇ ਕਮਿਸ਼ਨ, ਫਲਾਣੀ ਅਥਾਰਟੀ, ਫਲਾਣੇ ਦਾ ਮੈਂ ਚੇਅਰਮੈਨ ਬਣਨਾ ਔਰ ਉਸ ਚੇਅਰਮੈਨੀ 'ਚ ਮੰਤਰੀ ਦਾ ਦਰਜਾ ਮਿਲਣਾ ਤੇ ਅਗਲੇ 5-6 ਸਾਲ ਆਪਾਂ ਟੌਰ ਨਾਲ ਰਾਜੇ ਬਣ ਕੇ ਰਾਜ ਕਰਨਾ ਜੀ। ਤੇ ਫਿਰ ਮੂੰਹ ਖਾਂਦਾ ਅੱਖਾਂ ਸ਼ਰਮਾਉਂਦੀਆਂ ਜਿਨ੍ਹਾਂ ਨੇ ਕੇਂਦਰ ਸਰਕਾਰ ਤੋਂ ਇਹੋ ਜਿਹੀਆਂ ਪਦਵੀਆਂ ਦੀ ਝਾਕ ਰੱਖਣੀ ਆ, ਉਹ ਇਹਨਾਂ ਮਾਮਲਿਆਂ ਤੇ ਸਖਤੀ ਨਹੀਂ ਕਰ ਸਕਦੇ। ਚੋਣ ਕਮਿਸ਼ਨ ਦੇ ਉੱਤੇ ਆ ਥੋੜ੍ਹੇ ਦੋਸ਼ ਲੱਗਦੇ ਪਏ। ਚੋਣ ਕਮਿਸ਼ਨ ਨੂੰ ਉਹਨਾਂ ਦੋਸ਼ਾਂ ਤੋਂ ਬਾਹਰ ਨਿਕਲ ਕੇ ਇਹਦੀ ਸਫਾਈ ਦੇਣੀ ਚਾਹੀਦੀ ਹੈ। ਬੜੀ ਦੂਰ ਤੱਕ ਗੱਲ ਜਾਂਦੀ ਹੈ ਪਨੂ ਸਾਹਿਬ, ਪਰ ਤੁਸੀਂ ਜਿਹੜਾ GPS ਵਾਲਾ ਮਾਮਲਾ ਇਹ ਕਿਹਾ, ਇਹ ਸਹੀ ਗੱਲ ਹੈ। ਹੋ ਸਕਦਾ ਹੈ ਕਿ ਇਹ ਜਿਸ ਤਰ੍ਹਾਂ ਹੁੰਦਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਧੋਖਾਧੜੀ ਇਦਾਂ ਦੀ ਨਾ ਕੀਤੀ ਜਾਵੇ, ਕਿਉਂਕਿ ਬੜੇ ਦੋਸ਼ ਲੱਗਦੇ ਨੇ। ਹੁਣ ਤਾਂ ਬੱਸਾਂ ਤੇ GPS ਲੱਗਣ ਲੱਗ ਪਿਆ ਤਾਂ ਕਿ ਕੋਈ ਬੱਸ ਅਗਵਾ ਕਰਕੇ ਦਿੱਲੀ ਦੇ ਅੰਦਰ ਪਾਇਆ ਕਾਂਡ ਤੋਂ ਬਾਅਦ ਕਿੰਨਾ ਰੌਲਾ ਪਿਆ ਸੀ ਜੀ। ਇਹ ਹੈ ਤਾਂ ਕਿ ਔਰਤਾਂ ਦੀ ਸੁਰੱਖਿਆ ਵਾਸਤੇ ਪ੍ਰਬੰਧ ਕੀਤੇ ਜਾਣ, ਬਿਲਕੁਲ। ਮਸ਼ੀਨਾਂ ਦੀ ਸੁਰੱਖਿਆ ਵਾਸਤੇ ਵੀ ਕੀਤੇ ਜਾਣੇ ਚਾਹੀਦੇ, ਕਿਉਂ ਨਹੀਂ ਕੀਤੇ ਗਏ? ਇਹ ਸਵਾਲ ਖੜਾ ਹੋਊਗਾ।
ਬੜੀ ਵੱਡੀ ਗੱਲ ਹੈ। ਹੋ ਸਕਦਾ ਸਰਕਾਰ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਕੋਈ ਵਿਚਾਰ ਚਰਚਾ ਕਰ ਸਕਦੀ ਹੈ। ਪੰਨ ਸਾਹਿਬ, ਅਗਲੀ ਖਬਰ ਪਰ ਵੱਧਦੇ ਹਾਂ। 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਆ, ਵੱਖ-ਵੱਖ ਪਾਰਟੀਆਂ ਵੱਲੋਂ ਤਿਆਰੀਆਂ ਕਰ ਹੀ ਲਈਆਂ ਗਈਆਂ, ਲਗਭਗ ਰੈਲੀਆਂ ਵੀ ਕੀਤੀਆਂ ਜਾ ਰਹੀਆਂ। ਪਿੱਛੇ ਜਿਹੇ ਸ਼੍ਰੋਮਣੀ ਅਕਾਲੀ ਦਲ ਨੇ 2 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਤੇ 2 ਹੁਣ ਫੇਰ ਕਰਤੇ ਆ, ਇੱਕ ਦਾ ਹਾਸੇ ਮਜ਼ਾਕ ਵਿੱਚ ਹੀ ਕਰ ਗਏ। ਦੇਖੋ, ਹੁਣ ਤੱਕ 4 ਦਾ ਐਲਾਨ ਕੀਤਾ ਜੀ। ਅੱਗੇ ਵੱਡੇ ਬਾਦਲ ਸਾਹਿਬ ਵੀ ਐਲਾਨ ਕਰਦੇ ਸੀ ਤੇ ਸਾਰਿਆਂ ਤੋਂ ਬਾਅਦ ਆਪਣਾ ਕਰਦੇ ਹੁੰਦੇ ਸੀ। ਹੁਣ ਛੋਟੇ ਬਾਦਲ ਸਾਹਿਬ ਨੇ ਜੀ ਬੜੀ ਕਾਹਲ ਕਦਮੀ 'ਚ ਸਭ ਤੋਂ ਪਹਿਲਾਂ ਐਲਾਨ ਜਿਹੜਾ ਸੀ ਉਹ ਜਲਾਲਾਬਾਦ ਜਾ ਕੇ ਆਪਣਾ ਕੀਤਾ। ਦੂਜਾ ਉਹਨਾਂ ਨੇ ਖੇਮਕਰਨ ਜਾ ਕੇ ਵਿਰਸਾ ਸੌਂਦਾ ਕੀਤਾ ਤੇ ਲੋਕਾਂ ਨੇ ਉਸੇ ਵੇਲੇ ਆਖਿਆ ਜੀ ਉੱਤੇ ਇੰਨੇ ਦੋਸ਼ ਲੱਗਦੇ ਪਏ ਨੇ, ਗੱਲ ਆਈ ਗਈ ਹੋਗੀ। ਤੀਸਰਾ ਐਲਾਨ ਉਹਨਾਂ ਨੇ ਕੱਲ੍ਹ ਜਾ ਕੇ ਕੀਤਾ ਅਜਨਾਲੇ ਹਲਕੇ 'ਚ ਅਮਰਪਾਲ ਸਿੰਘ ਬੋਨੀ ਦਾ। ਇੱਕ ਬਹੁਤ ਵੱਡੇ ਡਰੱਗ ਕੇਸ ਦੇ ਵਿੱਚ ਅਮਰਪਾਲ ਬੋਨੀ ਦਾ ਨਾਂ ਆਇਆ ਸੀ ਜੀ। ਉਹਦੇ ਤੋਂ ਬਾਅਦ ਉਹਦੀ ਤੇ ਬਿਕਰਮ ਸਿੰਘ ਮਜੀਠੀਆ ਦੀ ਜਿਹੜੀ ਝੜਪ ਹੋਈ ਤੇ ਜੋ ਕੁਝ ਇੱਕ ਦੂਸਰੇ ਬਾਰੇ ਵੀਡੀਓ ਦੋਵਾਂ ਦੀਆਂ ਜਾਰੀ ਹੋਈਆਂ ਨੇ, ਨੈੱਟ ਤੇ ਪਈਆਂ ਨੇ, ਬਹੁਤ ਵੀਡੀਓ ਜਾਰੀ ਹੋਈਆਂ। ਠੀਕ। ਫਿਰ ਅਮਰਪਾਲ ਸਿੰਘ ਬੋਨੀ ਤੇ ਬੋਨੀ ਦਾ ਬਾਪੂ ਸਾਬਕਾ ਮੰਤਰੀ ਤੇ ਸਾਬਕਾ ਪਾਰਲੀਮੈਂਟ ਮੈਂਬਰ ਰਤਨ ਸੋਜਨਾਲਾ, ਇਹ ਸਾਰੇ ਰਣਜੀਤ ਸਿੰਘ ਬ੍ਰਹਮਪੁਰੇ ਦੇ ਨਾਲ ਚਲੇ ਗਏ ਸੀ, ਸੇਵਾ ਸਿੰਘ ਸੇਖਵਾਂ ਨਾਲ ਚਲੇ ਗਏ ਸੀ ਜੀ। ਤੇ ਉਸ ਦਿਨ ਸਭ ਤੋਂ ਵੱਧ ਬੜਕਾ ਮਾਰ ਕੇ ਬਾਦਲ ਬਾਪ ਬੇਟੇ ਦੇ ਤੇ ਮਜੀਠੀਆ ਦੇ ਖਿਲਾਫ ਇਹੋ ਬੋਲਦੇ ਸੀ ਤੇ ਸਭ ਤੋਂ ਵੱਧ ਉਹਨਾਂ ਦੇ ਖਿਲਾਫ ਬੋਲਣ ਵਾਲੇ ਸਭ ਤੋਂ ਪਹਿਲਾਂ ਬੈਕਗੇਅਰ ਲਾ ਕੇ ਸੁਖਬੀਰ ਸਿੰਘ ਬਾਦਲ ਦੇ ਚਰਨੀ ਵੀ ਇਹੋ ਪਰਿਵਾਰ ਪਿਆ। ਫਿਰ ਇਹਨਾਂ ਉੱਥੇ ਰੈਲੀ ਰੱਖੀ। ਮਜੀਠੀਆ ਮੰਨਣ ਨੂੰ ਤਿਆਰ ਨਹੀਂ ਸੀ ਕਿ ਬੋਨੀ ਨੇ ਮੇਰੇ ਖਿਲਾਫ ਇੰਨਾ ਕੁਝ ਆਖਿਆ ਤੇ ਵਾਪਸ ਪਾਰਟੀ 'ਚ ਆ ਕਿੱਦਾਂ ਜਾਵੇ ਜੀ। ਉਹਨੂੰ ਮਨਾਇਆ ਗਿਆ। ਬੋਨੀ ਨੇ ਜਾ ਕੇ ਮਜੀਠੀਆ ਦੇ ਗੋਡੀ ਹੱਥ ਲਾਏ, ਰੈਲੀ ਹੋ ਗਈ। ਹੁਣ ਡਰ ਸੀ ਕਿ ਮਜੀਠੀਆ ਦੇ ਦਬਾਅ ਥੱਲੇ ਨੂੰ ਟਿਕਟ ਦਿੱਤੀ ਜਾਊ ਕਿ ਨਹੀਂ ਦਿੱਤੀ ਜਾਊ। ਸੁਖਬੀਰ ਸਿੰਘ ਬਾਦਲ ਕਰੋਨਾ ਪੋਜ਼ੀਟਿਵ ਹੋ ਗਿਆ, ਦਿੱਲੀ ਦੇ ਮੈਦਾਂਤਾ ਹਸਪਤਾਲ ਦੇ ਵਿੱਚ ਦਾਖਲ ਹੋ ਗਿਆ। ਜਿੱਦਣ ਉੱਥੋਂ ਛੁੱਟੀ ਮਿਲੀ, ਆਉਂਦਿਆਂ ਸਾਰ ਪਹਿਲੀ ਰੈਲੀ ਖੜੱਚ ਕਰਕੇ ਅਜਨਾਲੇ 'ਚ ਕੀਤੀ ਤੇ ਜਾ ਕੇ ਆਖਿਆ, ਅਮਰਪਾਲ ਸਿੰਘ ਬੋਨੀ ਤੁਹਾਡੇ ਇਲਾਕੇ ਦੀ ਸੇਵਾ ਵਾਸਤੇ ਅਸਲੀ ਸੇਵਾਦਾਰ ਨੂੰ ਵੋਟਾਂ ਪਾ ਦਿਓ। ਜੀ। ਪਹਿਲਾਂ ਵਿਰਸਾ ਸਿੰਘ ਬਲਟੋਏ ਬਾਰੇ ਲੋਕੀ ਕਹਿੰਦੇ ਦੋਸ਼ ਲੱਗੇ, ਹੁਣ ਉਹਦੇ ਤੇ ਦੋਸ਼ ਸੀਗੇ, ਇਹਦੇ ਮਹਾਦੋਸ਼ ਆ, ਦੋਸ਼ਾਂ ਦੀ ਪੰਡ ਹੈ ਸਿਰ ਤੇ। ਅਗਲੇ ਦਿਨ ਅੱਜ ਜਾ ਕੇ ਅਟਾਰੀ ਹਲਕੇ 'ਚ ਗੁਲਜ਼ਾਰ ਸਿੰਘ ਰਣੀ ਕਿਤੇ ਦੋਸ਼ ਲਾਤੇ, ਉਹਨੂੰ ਟਿਕਟ ਦੇ ਦਿੱਤੀ ਹੈ, ਮਾਫ ਕਰਨਾ, ਉਹਨੂੰ ਟਿਕਟ ਦੇ ਦਿੱਤੀ ਹੈ ਤੇ ਉੱਥੇ ਲੋਕਾਂ ਨੇ ਦੋਸ਼ ਲਾਤੇ। ਕਹਿੰਦੇ ਜੀ ਬਾਰਡਰ ਏਰੀਆ ਡਿਵੈਲਪਮੈਂਟ ਫੰਡ ਬਾਦਲ ਸਰਕਾਰ ਦੇ ਵੇਲੇ ਕਿੱਡਾ ਵੱਡਾ ਘੁਟਾਲਾ ਹੋਇਆ ਸੀ ਜੀ, ਉਹ 'ਚ ਨਾਂ ਆਇਆ ਸੀ। ਫਿਰ ਬਾਦਲ ਸਾਹਿਬ ਨੇ ਇਹ ਤੋਂ ਅਸਤੀਫਾ ਲੈ ਲਿਆ ਸੀ, ਜਾਂਚ ਕਰਾਈ ਗਈ, ਇਹਦੇ ਪੀਏ ਤੇ ਦੂਸਰਿਆਂ ਤੇ ਕੇਸ ਬਣ ਗਿਆ, ਇਹ ਵਾਪਸ ਫਿਰ ਆ ਕੇ ਮੰਤਰੀ ਬਣ ਗਿਆ ਸੀ। ਉਹਦਾ ਮੁਆਫ ਕਰਨਾ ਇਕੱਲਾ ਇਹੋ ਹੀ ਨਹੀਂ, ਇੱਦਾਂ ਦਾ ਘੁਟਾਲਾ ਤੇ ਕਾਂਗਰਸੀ ਸਰਕਾਰ 'ਚ ਸਾਧੂ ਸਿੰਘ ਧਰਮਸ਼ੋਤ ਨੇ ਵੀ ਕਰਤਾ ਜੀ। ਮੈਂ ਇਹ ਨਹੀਂ ਕਹਿੰਦਾ ਅਕਾਲੀਆਂ 'ਚ ਇਹੋ ਜਿਹੇ, ਕਾਂਗਰਸੀਆਂ ਵਿੱਚ ਵੀ ਇਹੋ ਜਿਹੇ ਬਹੁਤ ਨੇ, ਔਰ ਜਿਹੜੇ ਹੈਗੇ ਨੇ ਉਹ ਅਕਾਲੀਆਂ 'ਚ ਹੋਣ ਕਾਂਗਰਸੀਆਂ 'ਚ ਹੋਣ, ਬੇੜੇ ਦੇ ਪੱਥਰ ਬਣੇ, ਜਿਹਦੇ ਕੋਲ ਹੈਗੇ ਉਹਨਾਂ ਨੂੰ ਥੋੜ੍ਹਾ ਪਾਸਾ ਵੱਟ ਕੇ ਰੱਖੋ। ਪਰ ਬਾਦਲ ਸਾਹਿਬ ਨੇ ਸ਼ੁਰੂਆਤ ਕਰ ਦਿੱਤੀ ਹੈ, ਜਦੋਂ ਉਹਨਾਂ ਨੇ ਚੁਣ ਕੇ ਇੱਦਾਂ ਦੇ ਬੰਦਿਆਂ ਨੂੰ ਟਿਕਟਾਂ ਦੇ ਦਿੱਤੀਆਂ ਤੇ ਅੱਗੋਂ ਕਾਂਗਰਸੀਆਂ ਨੂੰ ਵੀ ਇਹ ਖੁੱਲ੍ਹ ਮਿਲ ਗਈ ਆ। ਉਹ ਕਹਿਣਗੇ ਤਾਏ ਦੀ ਧੀ ਚੱਲੀ ਤੇ ਮੈਂ ਕਿਉਂ ਰਵਾਂ ਇਕੱਲੀ, ਜੇ ਤੁਸੀਂ ਇੱਦਾਂ ਦੇ ਲਾਏ ਆ ਤੇ ਅਸੀਂ ਚੱਜ ਦੇ ਉੱਥੇ ਖੜੇ ਕਰਕੇ ਤੇ ਐਵੇਂ ਬੇਇੱਜ਼ਤੀ ਥੋੜ੍ਹਾ ਕਰਾਉਣੀ, ਇੱਕੋ ਜਿਹੀ ਚਾਹੀਦੀ, ਸਾਨੂੰ ਵੀ ਫਿਰ ਇੱਦਾਂ ਦੇ ਖੜੇ ਕਰਨੇ ਪੈਣਗੇ ਜੀ। ਹੁਣ ਚੁਣ ਕੇ ਲੱਭੇ ਜਾਣਗੇ, ਜਿਹੜਾ ਕੋਈ ਸ਼ਰਾਬ ਕਾਂਡ 'ਚ ਹੋਇਆ ਉਹਨੂੰ ਵੀ ਟਿਕਟ ਦੇਣੀ ਪਊਗੀ, ਜਿਹੜਾ ਕੋਈ ਡਰੱਗ ਕੇਸ 'ਚ ਹੋਇਆ ਉਹਨੂੰ ਵੀ ਟਿਕਟ ਦੇਣੀ ਪਊਗੀ, ਜਿਹਦੀ ਰਾਜਪੁਰੇ ਲਾਗੇ ਸ਼ਰਾਬ ਫੈਕਟਰੀ ਚੱਲਦੀ ਹੋਈ ਉਹਨੂੰ ਵੀ ਟਿਕਟ ਦੇਣੀ ਪਊਗੀ, ਜਿਹੜਾ ਬੱਚਿਆਂ ਦੇ ਵਜੀਫਾ ਖਾ ਗਿਆ ਉਹਨੂੰ ਵੀ ਟਿਕਟ ਦੇਣੀ ਪਊਗੀ ਜੀ। ਮੁਕਾਬਲਾ ਤੇ ਤਾਂ ਹੀ ਹੈ ਨਾ, ਜਾਂ ਮੁਕਾਬਲਾ ਚੰਗਿਆਈ ਦਾ ਹੋ ਸਕਦਾ ਜਾਂ ਬੁਰਾਈ ਦਾ ਹੋ ਸਕਦਾ। ਸ਼ੁਰੂਆਤ ਸੁਖਬੀਰ ਸਿੰਘ ਨੇ ਕਰਤੀ ਹੈ, ਬਾਕੀ ਹੁਣ ਕੈਪਟਨ ਸਾਹਿਬ ਦੇ ਬਸ ਹੈ। ਬਿਲਕੁਲ। ਪਰ ਸਾਹਿਬ ਇੱਕ ਗੱਲ ਹੋਰ ਸਮਝਾਓ, ਰਤਨ ਸਿੰਘ ਅਜਨਾਲਾ ਉਸ ਰੈਲੀ ਵਿੱਚ ਕਿਤੇ ਦਿਖਾਈ ਨਹੀਂ ਦਿੱਤਾ। ਰਤਨ ਸਿੰਘ ਅਜਨਾਲਾ ਉਦੋਂ ਵੀ ਨਹੀਂ ਆਇਆ ਜਦੋਂ ਇਹਨਾਂ ਦਾ ਸਮਝੌਤਾ ਹੋਇਆ ਸੀ ਤੇ ਅਮਰਪਾਲ ਬੋਨੀ ਨੇ ਰੈਲੀ ਕਰਵਾਈ ਸੀ, ਮਜੀਠੀਆ ਸਾਹਿਬ ਨੂੰ ਮਨਾ ਕੇ ਲਿਆਂਦਾ ਸੀ। ਰਤਨ ਸਿੰਘ ਅਜਨਾਲਾ ਉਦੋਂ ਵੀ ਨਹੀਂ ਗਿਆ ਜੀ। ਇਹ ਹੋ ਸਕਦਾ ਕਿ ਅਜਨਾਲਾ ਦੇ ਵਿੱਚ ਸ਼ਰਮ ਮਹਿਸੂਸ ਕਰਦਾ ਹੋਵੇ, ਬਿਲਕੁਲ ਹੋ ਸਕਦਾ ਉਹਨੇ ਮੁੰਡੇ ਨੂੰ ਆਖਿਆ ਵੀ ਹੋਵੇ ਹੁਣ ਬੁੱਢੇ ਬਾਰੇ ਇਸ ਤਰ੍ਹਾਂ ਕਰੀਏ, ਪਰ ਚਲੋ ਉਹ ਪਰਿਵਾਰ ਵਿੱਚ ਵੀ ਹੁੰਦੀ, ਅੱਛਾ ਮੈਂ ਪਿੱਛੇ ਬੈਠਾ ਰਹੂੰ ਤੂੰ ਉਹਦੇ ਚੱਲ ਜੀ। ਪਰ ਜੇ ਮੁੰਡਾ ਕੱਲ੍ਹ ਨੂੰ ਫਰਜ਼ ਕੇ ਚੋਣ ਲੜਦਾ ਤੇ ਬਾਪੂ ਚੁੱਪ ਕਰਕੇ ਨਹੀਂ ਰਹਿਣ ਲੱਗਾ, ਜਾਣੇ ਪਊਗਾ। ਜਿਹੜੇ ਮਰਜ਼ੀ ਹਾਲਾਤ ਹੋਣ, ਪਿੰਡ ਗਲੀ ਬਿਲਕੁਲ ਲਾਗੇ ਤਖਤ ਪੋਸ਼ ਜੇ ਉੱਚਾ ਹੋਇਆ ਤੇ ਰੂੜੀਆਂ ਉੱਤੇ ਚੜ੍ਹ ਕੇ ਵੀ ਲੋਕਾਂ ਨਾਲ ਹੱਥ ਮਿਲਾਊਗਾ ਜੀ। ਅਗਲੀ ਖਬਰ ਕਰਦੇ ਹਾਂ ਪੰਨੂ ਸਾਹਿਬ, ਕਰੋਨਾ ਵਾਇਰਸ ਦੀ ਵੈਕਸੀਨ ਅਜੇ ਵੀ ਕਈ ਦੇਸ਼ਾਂ ਵੱਲੋਂ ਤਿਆਰ ਕੀਤੀ ਜਾ ਰਹੀ ਹੈ, ਕੁਝ ਕਿਤਾਬ ਬਾਜ਼ਾਰ ਵਿੱਚ ਆ ਗਈਆਂ। ਹੁਣ ਪਤਾ ਲੱਗਾ ਕਿ ਰੂਸ ਨੇ ਕੁੱਤਿਆਂ ਲਈ ਵੀ ਕਰੋਨਾ ਵਾਇਰਸ ਦੀ ਵੈਕਸੀਨ ਤਿਆਰ ਕਰ ਲਈ ਹੈ, ਕਿਵੇਂ ਦੇਖਦੇ ਹੋ? ਦੇਖੋ, ਕਰੋਨਾ ਵਾਇਰਸ ਦੀਆਂ ਹੁਣ ਤੱਕ ਕਈ ਵੈਕਸੀਨ ਬਣ ਗਈਆਂ ਨੇ ਜੀ। ਅਮਰੀਕਾ 'ਚ ਫਾਈਜ਼ਰ ਤੋਂ ਬਾਅਦ ਮਾਡਰਨਾ ਵੀ ਬਣ ਗਈ ਹੈ। ਸਾਡੇ ਭਾਰਤ ਵਿੱਚ ਕੋਵਾਸ਼ੀਲਡ ਹੈ ਜਿਹੜੀ ਆਕਸਫੋਰਡ ਯੂਨੀਵਰਸਿਟੀ ਤੇ ਐਸਟਰਾਜੈਨੇਕਾ ਨਾਲ ਕੋਲੈਬੋਰੇਸ਼ਨ ਸਾਡਾ ਸੀਰਮ ਇੰਸਟੀਚਿਊਟ ਬਣਾ ਰਿਹਾ ਜੀ। ਭਾਰਤ ਬਾਇਓਟੈਕ ਦੀ ਜਿਹੜੀ ਵੈਕਸੀਨ ਉਹ ਵੀ ਚੱਲ ਰਹੀ ਹੈ। ਇਸ ਤਰ੍ਹਾਂ ਦੀਆਂ ਹੋਰ ਨੇ। ਯੂਰਪ ਦੇ ਦੇਸ਼ਾਂ 'ਚ ਜਿਹੜੀ ਕੋਵਾਸ਼ੀਲਡ ਆ ਉਹਦਾ ਰੌਲਾ ਪਿਆ, ਪਰ ਬਾਅਦ 'ਚ ਪਤਾ ਲੱਗਾ ਭਾਰਤ ਵਾਲੀ ਨਹੀਂ ਯੂਰਪ ਦੀ ਬਣੀ ਸੀ, ਤੇ ਜਿਹੜੀ ਭਾਰਤ ਦੀ ਬਣੀ ਸੀ ਉਹਦਾ ਜਾ ਕੇ ਬ੍ਰਾਜ਼ੀਲ 'ਚ ਰੌਲਾ ਪੈ ਗਿਆ, ਕੈਨੇਡਾ 'ਚ ਪੈ ਗਿਆ। ਇਹਨਾਂ ਦੇ ਕਈ ਚਰਚੇ ਚੱਲਦੇ ਪਏ ਨੇ।
ਰੂਸ ਵਾਲਿਆਂ ਨੇ ਵੀ ਇਨਸਾਨਾਂ ਵਾਸਤੇ ਜਿਹੜੀ ਵੈਕਸੀਨ ਬਣਾਈ ਹੈ ਕਰੋਨਾ ਦੀ, ਜੀ ਉਹਦਾ ਨਾਂ ਸਪੁਤਨਿਕ ਵੀ ਰੱਖਿਆ। ਚੱਲਦੀ ਆ, ਪਰ ਚੱਲਦੀ ਦੇ ਨਾਲ ਚਰਚਾ ਵੀ ਉਹਦੇ ਬਾਰੇ ਪੁੱਠੀ ਸਿੱਧੀ ਕਈ ਕਿਸਮ ਦੀ ਚਲੀ ਜਾਂਦੀ ਹੈ। ਹੁਣ ਨਵੀਂ ਗੱਲ ਇਹ ਹੈ ਕਿ ਰੂਸ ਦੇ ਰਾਸ਼ਟਰਪਤੀ ਨੇ ਐਲਾਨ ਕੀਤਾ ਕਿ ਉੱਥੋਂ ਦੇ ਸਾਇੰਸਦਾਨਾਂ ਨੇ ਕੁੱਤਿਆਂ ਬਾਰੇ ਤੇ ਹੋਰ ਜਾਨਵਰਾਂ ਵਾਸਤੇ ਵੀ ਕਰੋਨਾ ਦੀ ਵੈਕਸੀਨ ਤਿਆਰ ਕਰਤੀ ਹੈ। ਜੀ ਇਹਦਾ ਮਜ਼ਾਕ ਉੱਡਿਆ ਇੰਟਰਨੈਸ਼ਨਲ ਮੀਡੀਆ 'ਚ ਕਿ ਜੇ ਇਨਸਾਨਾਂ ਵਾਸਤੇ ਪੂਰੀ ਵੈਕਸੀਨ ਲੱਭਦੀ ਨਹੀਂ ਤੇ ਕੁੱਤਿਆਂ ਵਾਸਤੇ ਵੀ ਬਣਾਉਣ ਲੱਗ ਪਏ। ਕੁੱਤਿਆਂ ਵਾਸਤੇ ਜ਼ਿਆਦਾ ਜ਼ਰੂਰੀ ਸੀ। ਬਿਲਕੁਲ। ਰੂਸ ਦੀ ਸਰਕਾਰ ਦਾ ਬੜਾ ਮੈਚੁਰ ਜਵਾਬ ਹੈ। ਉਹ ਕਹਿੰਦੇ ਇਸ ਕਰਕੇ ਜ਼ਰੂਰੀ ਸੀ ਕਿ ਲੋਕਾਂ ਦੇ ਘਰੇ 'ਚ ਕੁੱਤੇ ਤੇ ਬਿੱਲੀਆਂ ਨੇ, ਜੀ ਜੇ ਕਿਸੇ ਕਾਰਨ ਉਹਨਾਂ ਨੂੰ ਕਰੋਨਾ ਹੋ ਜਾਂਦਾ ਤੇ ਉਸ ਕੋਵਿਡ-19 ਦਾ ਅਸਰ ਉਸ ਪਰਿਵਾਰ ਤੇ ਵੀ ਹੋਣਾ। ਦੂਜੀ ਗੱਲ, ਖੇਤਾਂ 'ਚ ਕੰਮ ਕਰਦੇ, ਫਾਰਮ ਤੇ ਕੰਮ ਕਰਦੇ ਕਿਸੇ ਕਾਮੇ ਤੋਂ ਜੇ ਗਾਵਾਂ ਮੱਝਾਂ ਨੂੰ, ਜੀ ਦੁੱਧ ਦੇਣ ਵਾਲੇ ਪਸ਼ੂਆਂ ਨੂੰ ਇਹ ਬਿਮਾਰੀ ਲੱਗ ਗਈ, ਫਿਰ ਵੀ ਸਾਡੇ ਘਰ 'ਚ ਆਉਣੀ ਹੈ। ਉਹ ਕਹਿੰਦੇ ਜੇ ਬਚਾ ਕੇ ਰੱਖਣਾ ਤੇ ਸਿਰਫ ਚਮਗਿੱਦੜਾਂ ਤੱਕ ਗੱਲ ਨਹੀਂ ਗੀ, ਜੀ ਗਾਵਾਂ ਮੱਝਾਂ ਨੂੰ ਵੀ ਬਚਾਉਣਾ ਪਵੇਗਾ, ਕੁੱਤੇ ਤੇ ਬਿੱਲੀ ਨੂੰ ਵੀ ਬਚਾਉਣਾ ਪਵੇਗਾ, ਕਿਉਂਕਿ ਇਹ ਬਿਮਾਰੀ ਇਕੱਲੀ ਇਨਸਾਨਾਂ ਤੱਕ ਨਹੀਂ, ਪਿਛਲੇ ਸਮੇਂ 'ਚ ਪਸ਼ੂਆਂ ਤੇ ਪੰਛੀਆਂ ਤੱਕ ਵੀ ਜਾਣ ਲੱਗ ਪਈ ਆ। ਇਸ ਕਰਕੇ ਉਹ ਕਹਿੰਦੇ ਸਾਰਾ ਕੁਝ ਇਨਸਾਨਾਂ ਦੇ ਬਚਾਅ ਵਾਲਾ ਕਰਕੇ ਬਾਅਦ ਵਿੱਚ ਇਹ ਸੋਚਣਾ ਕਿ ਪਸ਼ੂਆਂ ਬਾਰੇ ਸੋਚੋ। ਅਸੀਂ ਪਹਿਲਾਂ ਹੀ ਲੱਗੇ ਹੱਥ ਉਹ ਵੀ ਸੋਚ ਲਿਆ ਤਾਂ ਕਿ ਇਹ ਨਾ ਹੋਵੇ ਕਿ ਅਸੀਂ ਸਾਰਾ ਕੁਝ ਠੀਕ ਕਰਕੇ ਤੇ ਪਸ਼ੂਆਂ ਤੋਂ ਬਿਮਾਰੀ ਫੇਰ ਸੇੜ ਲਈਏ। ਮੇਰਾ ਖਿਆਲ ਜੇ ਉਹਨਾਂ ਨੇ ਅਗੇਤਾ ਪ੍ਰਬੰਧ ਕੀਤਾ ਤੇ ਗਲਤ ਨਹੀਂ ਕੀਤਾ, ਚੰਗਾ ਕੀਤਾ। ਤਾਂ ਬਾਕੀ ਦੇਸ਼ਾਂ ਨੂੰ ਵੀ ਸੇਧ ਲੈਣੀ ਚਾਹੀਦੀ ਹੈ। ਬਾਕੀ ਸਭ ਦੀ ਵੱਖਰੀ ਵੱਖਰੀ ਵਿਚਾਰਧਾਰਾ ਹੋ ਸਕਦੀ, ਉਹ ਕਿਸੇ ਵੀ ਤਰੀਕੇ ਨਾਲ ਸੋਚ ਸਕਦਾ। ਪੰਜ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ ਖਬਰਾਂ ਦੀ ਚਰਚਾ ਕਰਨ ਲਈ। ਸੋ ਅੱਜ ਦੇ ਇਸ ਪ੍ਰੋਗਰਾਮ ਵਿੱਚ ਬਸ ਇੰਨਾ ਹੀ। ਹੁਣ ਮੈਨੂੰ ਨਵਜੀਤ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ।